मिर्त मोहं अल्प बुद्धियं रचित बनता विनोद साहं। ਮਿਰਤ ਮੋਹਮ ਜਿਹੜੀ ਮਿਰਤ ਹੈ, ਮਿਰਤ ਕੀ ਹੈ? ਮਿਰਤਕ ਪਿੰਡ ਆ, ਪਹਿਲਾਂ ਸਰੀਰ ਨੂੰ ਮਿਰਤਕ ਪਿੰਡ ਕਿਹਾ। ਜੋ ਮਾਇਆ ਪਹਿਲਾਂ ਕਹਿਤਾ, ਮਾਇਆ ਸਾਰੀ ਨਾਸਵੰਤ ਹੈ, घटंत रूपं ਘਟੰਤ ਰੂਪ। ਜੋ ਕੁਝ ਦਿਸ ਰਿਹਾ ਹੈ ਮਿਰਤ ਹੈ, ਸਭ ਕੁਝ ਮਿਰਤ। ਇਹਦਾ ਨਾਮ ਮੰਡਲੇ ਮਿਰਤ ਮੰਡਲ ਹੈ। ਸੰਸਾਰ ਦਾ ਨਾਮ ਹੈ ਮਿਰਤ ਮੰਡਲ ਹੈ ਇਹਦਾ ਨਾਮ। ਜੋ ਇੱਥੇ ਸਭ ਕੁਝ ਦੀਦਾ, ਸਭ ਕੁਝ ਨਾਸ ਹੋਣ ਵਾਲਾ, ਸਭ ਕਾਲੇ ਬਸ ਹੈ, ਸਮੇਂ ਬੱਧ ਹੈ। ਇਸ ਵਕਤ ਸਭ ਕੁਝ ਠੀਕ ਹੈ ਦੀਦਾ, ਸਮਾਂ ਆਊਗਾ ਨਹੀਂ ਇਹੋ ਜਿਹਾ ਰੂਪ ਰੰਗ ਰਹਿਣਾ ਇਹਦਾ, ਹੋਰੇ ਕੁਝ ਬਣ ਜਾਣਾ, ਹੋਰ ਕੋਈ ਦਾ ਹੋਰ। ਰੋਜ਼ ਇਹ ਬਦਲਾਅ ਆਉਂਦਾ ਇੱਥੇ ਤਾਂ। मिर्त मोहं ਜੋ ਮਾਇਆ ਹੈ ਸਭ ਮਿਰਤ ਹੈ, ਸੱਚ ਜੀਵਨ ਹੈ, ਝੂਠ ਮੌਤ ਹੈ। ਮਾਇਆ ਮਿਰਤਕ ਚੀਜ਼ ਹੈ। ਮਾਇਆ ਨਾਲ ਜੁੜਨਾ ਮੌਤ ਨੂੰ ਗਲੇ ਲਾਉਣਾ, ਸੱਚ ਨਾਲ ਜੁੜਨਾ ਸਤ ਜੀਵਨ ਦੀ ਪ੍ਰਾਪਤੀ ਹੈ। ਬਸ ਇੱਥੇ ਹੀ ਮਾਇਆ ਦਾ ਮੋਹ ਮੌਤ ਦਾ ਮੌਤ ਹੈ। ਮਾਇਆ ਦੇ ਮੋਹ ਦੇ ਵਿੱਚ ਮੌਤ ਹੈ। ਜਿੱਦਣ ਮਾਇਆ ਦੇ ਮੋਹ 'ਚ ਮੌਤ ਨਜ਼ਰ ਆ ਗਈ, ਮੋਹ ਛੁੱਟ ਜਾਊਗਾ। ਜਿੰਨਾ ਚਿਰ ਮਾਇਆ ਦੇ ਮੋਹ ਦੇ ਵਿੱਚ ਮੌਤ ਨਹੀਂ ਨਾ ਦਿਖੀ, ਦਰਸ਼ਨ ਮੌਤ ਦਾ ਨਹੀਂ ਹੋਇਆ, ਮੋਹ ਨਹੀਂ ਛੁੱਟ ਸਕਦਾ। ਜਿੱਦਣ ਕਲਪਨਾ ਵਿੱਚੋਂ ਕਾਲ ਨਜ਼ਰ ਆ ਗਿਆ, ਉਦਣ ਕਲਪਨਾ ਛੁੱਟੂਗੀ, ਵਰਨਾ ਛੁੱਟਦੀ ਨਹੀਂ। ਇਹ ਚੀਜ਼ਾਂ ਨੇ, ਇਹਨਾਂ ਦੇ ਰੂਪ ਦੱਸੇ ਹੋਏ ਨੇ। मिर्त मोहं ਹਾਂ, ਮੋਹ ਨੂੰ ਮੌਤ ਕਹਿਤਾ। ਮੋਹ ਹੀ ਮੌਤ ਹੈ। ਮੋਹ ਦੇ ਵਿੱਚ ਮੌਤ ਛੁਪੀ ਹੋਈ ਹੈ। अल्प बुद्धियं रचित बनता विनोद साहं। ਅਲਪ ਬੁੱਧੀ ਵਾਲੇ ਨੇ, ਉਹ ਥੋੜੀ ਬੁੱਧੀ ਵਾਲੇ ਨੇ, रचित बनता विनोद ਜਿਹੜੇ साहं। ਬਣਤਾ ਬਨੋਦ ਔਰਤਾਂ ਦੇ ਬਣਤਾ ਬਨੋਦ ਦੇ ਵਿੱਚ ਰਚੇ ਹੋਏ ਨੇ, ਜਿਹੜੇ ਮੋਹ ਕਰਦੇ ਨੇ ਬਣਤਾ ਬਨੋਦ ਬੱਚਿਆਂ ਨਾਲ, ਟੱਬਰ ਨਾਲ। ਅਲਪ ਬੁੱਧੀ ਵਾਲੇ ਨੇ, ਉਹ ਮੌਤ ਨੂੰ ਗਲ ਲਾਈ ਬੈਠੇ ਨੇ। ਉਹ ਇਹ ਮੌਤ ਹੈ ਤੇ ਗੁਰਬਾਣੀ ਤਾਂ ਇਹ ਕਹਿੰਦੀ ਹੈ। अल्प बुद्धियं रचित बनता विनोद साहं। ਜਿਹੜੇ ਰਚੇ ਨੇ ਬਣਤਾ ਬਨੋਦ ਦੇ ਨਾਲ, ਮੌਤ ਨਾਲ ਰਚੇ ਹੋਏ ਨੇ। ਉਹ ਤਾਂ ਮੌਤ ਹੈ। विनोद ਵਿਨੋਦ ਮੌਤ ਹੈ। विनोद विनोद बनता विनोद साहं। ਉਹ ਵਿਨੋਦ ਹੁੰਦਾ ਹੈ, ਵਿਨੋਦ ਹੁੰਦਾ ਹੈ ਜਿਹੜਾ ਉਹਦੇ लगाओ ਹੈਂ लगाओ कल ਖੁਸ਼ੀ खुशी 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 ਖੁਸ਼ੀ ਵਿਨੋਦ ਖੁਸ਼ੀ ਹੈ। ਭੁੱਲੇ ਹੋਏ ਨੇ ਇਸ ਖੁਸ਼ੀ 'ਚ। ਉਹ ਤਾਂ ਭੁੱਲੇ ਹੋਏ ਨੇ ਸਭ ਕੁਛ। ਸਮਝਿਆ ਨਹੀਂ? अल्प बुद्धि रचित ਉਹ बनता ਕਹਿੰਦੇ विनोद साहं। ਨੇ ਚੂਹਾ ਲੱਜ ਟੁੱਕ ਰਿਹਾ ਹੈ। ਇਹ ਝੂਟਾ ਇਹਨੇ ਉਹ ਪੀਂਘ ਦੇ ਉੱਤੇ ਝੂਟਾ ਲੈ ਰਿਹਾ। ਥੱਲੇ ਪਤਾ ਹੀ ਨਹੀਂ ਕਿੰਨੇ, ਜਿਹੜੇ ਥੱਲੇ ਦੀ ਜ਼ਮੀਨ ਦਾ ਪਤਾ ਹੀ ਨਹੀਂ ਹੈ ਕਿੱਥੇ, ਖੂਹ ਦਾ। ਉਹ ਖੂਹ ਦੀ ਗਹਿਰਾਈ ਦਾ ਪਤਾ ਨਹੀਂ ਜਿਹਦੇ ਵਿੱਚ ਇਹ ਲਟਕ ਰਿਹਾ ਹੈ। ਚੂਹਾ ਲੱਜ ਟੁੱਕ ਰਿਹਾ, ਉਸ ਲੱਜ ਨਾਲ ਇਹ ਲੰਘ ਰਿਹਾ। ਪਤਾ ਹੀ ਨਹੀਂ ਵੀ ਚੂਹਾ ਲੱਜ ਟੁੱਕ ਰਿਹਾ ਹੈ। ਉਹ ਸਰੀਰ ਆ ਜਿਹੜਾ, ਇਹਦੇ ਤਾਂ ਸਾਹ ਰੋਜ਼ ਘਟ ਰਹੇ ਨੇ। ਜਰਾ ਰੋਗ ਖਾ ਰਿਹਾ ਇਹਨੂੰ ਤਾਂ, ਇਹ ਲੱਜ ਨੂੰ ਤਾਂ ਚੂਹਾ ਟੁੱਕ ਰਿਹਾ। ਇਹ ਭੁੱਲਿਆ ਫਿਰਦਾ। ਕਿਹੜੀ ਖੱਡ, ਜਿਹੜੀ ਖੱਡ ਜਿਹਨੇ ਡਿੱਗਣਾ ਉਹਦੀ ਪਤਾ ਹੀ ਨਹੀਂ ਗਹਿਰਾਈ ਕਿੱਥੇ ਹੈ। ਜਦ ਡਿੱਗਣਾ ਨਾ, ਜੇ ਮਾਰ ਕੇ ਗਣਾ ਜਾਏ ਨਾ, ਆਹੋ ਐ ਨਹੀਂ ਪਤਾ ਕਿੰਨਾ ਕੋ ਹੈ ਥੱਲੇ। ਹਰ ਕਾ ਨਾਮ ਹੋਆ ਸੰਗ, तोसा ਜਦ ਡਿੱਗਣਾ ਤਾਂ ਹਰ ਕਾ ਨਾਮ ਨੇ ਬਚਾਉਣਾ। ਉਹਦਾ ਤਾਂ ਇੰਤਜ਼ਾਮ ਕੋਈ ਨਹੀਂ ਕੀਤਾ ਇਹਨੇ। ਇਹ ਤਾਂ ਉਸੇ ਪੀਂਘ ਨਾਲ ਜੁੜ ਰਿਹਾ। ਸੰਪਤ ਦੋਲ संपत्ति दो झोल संग झूलत। ਝੋਲ ਝੂਲਾ ਪਾਇਆ ਹੈ ਦੋਏ ਲੜੀਆਂ ਦਾ। संग झूलत
ਸੰਪਤੀ ਦੋਲ ਝੋਲ ਸੰਗ ਝੂਲਤ। ਇਹ ਤਾਂ ਦੋ ਲੜੀਆਂ ਪਾ ਕੇ ਇੱਕ ਸਰੀਰ ਹੈ ਕਮਾਇਆ, ਇੱਕ ਸਰੀਰ ਦੀ ਖੁਰਾਕ ਹੈ, ਇੱਕ ਸਰੀਰ ਹੈ, ਇਹਦੇ ਨਾਲ ਝੂਲਦਾ। ਤਾਂ ਕਰਤਬ ਕਰਤ ਮਹਾ ਮੁਗਨ, ਬਹੁਤ ਬੇਵਕੂਫਾਂ ਵਾਲੇ ਕੰਮ ਲੱਗਿਆ ਹੋਇਆ। ਕਰਤਬ ਕਰਤ ਮਹਾਮੁਗਨ, ਕਰਤਬ ਇਹ ਕਰਤਬ ਕਰ ਰਿਹਾ ਹੈ, ਮਹਾਮੁਗਨਾ ਮਹਾਮੂਰਖ ਹੈ। ਤੇ ਗੁਰਬਾਣੀ ਕੀ ਕਹਿ ਰਹੀ ਹੈ, ਇਹ ਫੇਰ ਕਰ ਰਿਹਾ ਉਹੀ, ਪੜ੍ਹੀ ਵੀ ਜਾ ਰਿਹਾ, ਕਰੀ ਵੀ ਜਾ ਰਿਹਾ। ਕੀ ਸੀਰੀਅਸਲੀ ਲਈ ਸਿੱਖਾਂ ਨੇ ਬਾਣੀ? ਉਹ ਕੀ ਸਮਝਦੇ ਨੇ ਗੁਰੂ ਜੋ ਮਰਜ਼ੀ ਕਹਿੰਦਾ ਰਹੇ, ਉਹ ਤਾਂ ਗੋਲਕ ਨੂੰ ਪਏ ਹੋਏ ਨੇ। ਨਾਲੇ ਗੋਲਕ ਦੇ ਸਿੱਖ ਨੇ, ਗੁਰੂ ਦੇ ਸਿੱਖ ਹੀ ਨਹੀਂ ਹਨ। ਇਹਨਾਂ ਨੇ ਤਾਂ ਇਹ ਦੇਖਣਾ ਮਹੀਨੇ 'ਚ ਸ਼ਾਮ ਨੂੰ ਗੋਲਕ ਕਿੰਨੀ ਚੜੀ। ਸਵਾਲ ਗੋਲਕ ਦਾ, ਗੁਰੂ ਦਾ ਕੋਈ ਸਵਾਲ ਨਹੀਂ ਇੱਥੇ। ਜਿੰਨਾ ਚਿਰ ਮੋਹ ਦੇ ਵਿੱਚ ਮੌਤ ਨਹੀਂ ਨਜ਼ਰ ਆਈ, ਮੋਹ ਨਹੀਂ ਛੁੱਟਦਾ। ਜਿੰਨਾ ਚਿਰ ਕਲਪਨਾ ਦੇ ਵਿੱਚ ਕਾਲ ਨਹੀਂ ਨਜ਼ਰ ਆਇਆ, ਕਲਪਨਾ ਨਹੀਂ ਛੁੱਟਦੀ। ਦੂਆ ਰੂਪ ਦੇਖੋ ਨਾ, ਇੱਕ ਰੂਪ ਤਾਂ ਦੀਦਾ, ਪੁੱਠਾ ਪਾਸਾ ਚੱਕ ਕੇ ਦੇਖੋ, ਉਹਦਾ ਪੁੱਠੇ ਪਾਸੇ ਕੀ ਹੈ? ਉਹਦੇ ਪਿਛਲੇ ਪਾਸੇ ਮੌਤ ਹੈ ਮੋਹ ਦੇ, ਇਧਰਲਾ ਪਾਸਾ ਮਿੱਠਾ, ਦੂਏ ਪਾਸੇ ਕੀ ਹੈ? ਮਿਰਤ ਮੋਹਨ। ਇਹ ਬਿਓ ਰਤੀਆਂ ਗੰਦਲਾਂ ਧਰੀਆਂ, ਖੰਡ ਲਵਾੜ, ਉੱਤੇ ਖੰਡ ਹੈ, ਅੰਦਰ ਜ਼ਹਿਰ ਹੈ, ਅੰਦਰ ਮੌਤ ਹੈ। ਇਹ ਵਿਓ ਲਾ ਕੇ ਗੰਦਲਾਂ ਰੱਖੀਆਂ ਹੋਈਆਂ ਨੇ, ਉੱਤੇ ਖੰਡ ਚਾੜੀ ਹੈ, ਤੇ ਮੂੰਹ ਦੇ ਵਿੱਚ ਮਿੱਠਾ ਹੈ, ਤੇ ਅੰਦਰ ਜਿਹੜਾ ਅਸਰ ਹੈ ਉਹ ਮੌਤ ਵਾਲਾ ਹੈ। ਇਹਦਾ ਅਸਰ ਮੌਤ ਵਾਲਾ ਹੈ। ਉਹ ਮਿੱਠਾ ਲਾਇਆ, ਉਹ ਮਿੱਠਾ ਨਾ ਕੁਰਬਾਨ ਕੀਤਾ ਤਿਸੇ ਵਿਟੋਂ, ਜਿਹਨੇ ਮੌਤ ਮਿੱਠੀ ਕਰਕੇ ਦੇ ਦਿੱਤੀ। ਮੌਤ ਨੂੰ ਚਿੰਬੜੇ ਨੇ ਸਾਰੇ, ਮੌਤ ਤੋਂ ਡਰਦੇ ਨੇ, ਛੱਡਦੇ ਹੈ ਨਹੀਂ, ਮਿੱਠੀ ਜੋ ਲੱਗਦੀ ਹੈ। ਇਸ ਕਰਕੇ ਕੁਰਬਾਨ ਕੀਤਾ ਤਿਸੇ ਵਿਟੋਂ, ਮੌਤ ਨੂੰ ਗਲੇ ਆਪੇ ਲਾਈ ਬੈਠੇ ਨੇ ਜਿਹੜੇ ਮਿੱਠੀ ਕਰਕੇ ਦੇ ਦਿੱਤੀ, ਮੂੰਹ ਮਿੱਠਾ ਲਾਤਾ। ਕੌਣ ਕਰੂ ਪਛਾਣ? ਕੌਣ ਕਰਦਾ ਪਛਾਣ? ਅਗਲੇ ਨੇ ਦੱਸਤਾ ਪਛਾਣ ਕਰੋ ਨਾ ਕਰੋ। ਜਿਨ੍ਹਾਂ ਨੇ ਪਛਾਣ ਕਰ ਲਈ ਉਹਨਾਂ ਨੇ ਦੱਸਤੀ ਵੀ ਗੱਲ ਆ ਹੈ, ਖਾਣੀ ਖਾਈ ਜਾਓ, ਸਾਡਾ ਕੁਝ ਨਹੀਂ ਜਾਣਾ, ਤੁਹਾਡਾ ਕੁਝ ਨਹੀਂ ਬਚਣਾ। ਖਾਣ ਵਾਲਿਆਂ ਦਾ ਬਚਣਾ ਕੁਝ ਨਹੀਂ, ਦੱਸਣ ਵਾਲੇ ਦਾ ਜਾਣਾ ਕੁਝ ਨਹੀਂ। ਦੱਸਣ ਵਾਲਿਆਂ ਦਾ ਜਾਣਾ ਕੁਝ ਨਹੀਂ, ਖਾਣ ਵਾਲਿਆਂ ਦਾ ਬਚਣਾ ਕੁਝ ਨਹੀਂ। ਖਾਂਦੇ ਰਹੋ। ਨਾ ਮੰਨਣ ਦਾ ਨਾ ਸਿੱਖੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਸਿੱਖੀ ਨਹੀਂ ਹੈ। ਸਿੱਖੀ ਮੰਨਣ ਦਾ ਨਾਮ ਹੈ। ਮੰਨਦੇ ਰਹੋ, ਬਥੇਰੇ ਮੰਨਦੇ ਨੇ। ਮੰਨ ਗਿਆ ਕਿਹੜਾ ਮੱਥਾ ਟੇਕ ਕੇ ਬਚ ਗਿਆ ਕੋਈ? ਮੱਥਾ ਟੇਕ ਕੇ ਬਚ ਗਿਆ ਕੋਈ? ਜਿਹੜਾ ਬਚ ਗਿਆ ਉਹਦੀ ਗੱਲ ਕਰੋ। ਜਿਹੜਾ ਬਚ ਗਿਆ ਉਹਦੀ ਗੱਲ ਕੀ ਕਰਨੀ? ਉਹਦੀ ਗੱਲ ਸੁਣੋ। ਜਿਹੜਾ ਬਚ ਗਿਆ ਉਹਦੀ ਗੱਲ ਸੁਣੋ, ਉਹਦੀ ਗੱਲ ਹੈ ਜਿਹੜਾ ਬਚ ਗਿਆ। ਮਿਰਤ ਮੋਹਨ ਅਲਪ ਬੁੱਧੀਆਂ ਰਚਿਤ ਬਣਤਾ ਵਿਨੋਦ ਸਾਹੰ। ਮਿਰਤ ਮੋਹੰ, ਮੋਹ ਮੌਤ ਹੈ, ਐਂ ਕਹਿ ਰਿਹਾ। ਮਿਰਤ ਮੋਹੰ, ਮੋਹ ਹੈ ਕੀ ਹੈ? ਮਿਰਤ ਹੈ, ਮੌਤ ਹੈ। ਇਹ ਤੋਂ ਸਿੱਧੀ ਹੋਰ ਕੀ ਗੱਲ ਕਹੇ? ਮੋਹ ਤਾਂ ਮੌਤ ਹੈ, ਸਰੀਰ ਦਾ ਮੋਹ ਹੀ ਮੌਤ ਹੈ। ਸਰੀਰ ਮਿਰਤਾ ਹੈ ਨਾ, ਮਿਰਤਕ ਪਿੰਡ ਹੈ ਨਾ। ਉਹ ਮਿਰਤਕ ਪਿੰਡ ਦਾ ਮੋਹ ਮੌਤ ਹੈ ਤੁਹਾਡੀ, ਹੋਰ ਕਾਹਦੀ ਮੌਤ ਹੈ? ਇਹ ਜੇ ਮੌਤ ਹੈ ਰੱਖ ਛੱਡੋ। ਸਰੀਰ ਨੂੰ ਜੇ ਗਲੇ ਲਾਇਆ, ਮੌਤ ਨੂੰ ਗਲੇ ਲਾਇਆ ਹੋਇਆ ਬਸ। ਅਲਪ ਬੁੱਧੀ ਰਚਿਤ ਬਣਤਾ। ਉਹ ਅਲਪ ਬੁੱਧੀ ਵਾਲੇ ਨੇ ਸਾਰੇ ਹੀ ਆਪਣੇ ਆਪ ਨੂੰ ਮਹਾ ਗਿਆਨੀ ਨਾ ਮੰਨ ਲਵੇ, ਕੋਈ ਗਲਤੀ ਨਾ ਕਰ ਲਵੇ। ਇਹ ਜਿਹੜੇ ਸਰੀਰ ਨਾਲ ਬੜੋੜੇ ਹੋਏ ਨੇ ਅਲਪ ਬੁੱਧੀ ਵਾਲੇ ਨੇ ਸਾਰੇ ਹੀ। ਮਤ ਕੋਈ ਮੰਨ ਲਵੇ ਮੈਂ ਬਹੁਤ ਬੜਾ ਗਿਆਨੀ ਹਾਂ। ਜੇ ਉਹ ਗਿਆਨਵਾਨ ਮੰਨ ਲੈਂਦਾ, ਬਹੁਤ ਬੜੇ ਭੁਲੇਖੇ ਚ ਉਹ। ਰਚਿਤ ਬੰਤਾ ਵਿਰੋਧ, ਬੰਤਾ ਵਿਨੋਦ ਚ ਰਚੇ ਨੇ ਕਿ ਨਹੀਂ ਰਚੇ ਹੋਏ? ਝਾਕ ਕੇ ਦੇਖੋ ਅੰਦਰ, ਕਹਿੰਦੇ ਆਪਣੇ ਵਿਨੋਦ ਸਾਹੰ। ਇੱਕ ਸਾਹ ਨਹੀਂ ਲੈਂਦਾ ਬੰਤਾ ਵਿਨੋਦ ਤੇ ਬਿਨਾਂ, ਹਰ ਸਾਹ ਦੇ ਨਾਲ ਰਚਿਆ ਹੋਇਆ।
ਇਹ ਸਾਹੰਗ ਦਾ ਅਰਥ ਸ਼ਾਹ, ਬੜੇ ਬੜੇ ਗਿਆਨਵਾਨ ਵੀ ਰਚੇ ਹੋਏ ਨੇ। ਸ਼ਾਹ ਹੁੰਦਾ ਨਾ ਗਿਆਨਵਾਨ। ਵੈਸੇ ਸਾਹੰਗ ਜਿਹੜਾ ਸਾਸ ਸਾਹ ਵਾਸਤੇ ਸਾਸ ਲਫ਼ਜ਼ ਆਉਂਦਾ, ਸਾਸ, ਸਾਸ ਗਰਾਸ ਨਾ ਵਿਛੜੇ, ਸ਼ਾਹੰਗ ਹੈ। ਇਹ ਸ਼ਾਂਗ ਇਹ ਲਫ਼ਜ਼ ਹੈ, ਇਹਦੇ ਅਰਥ ਸ਼ਾਂਗ ਇਹ ਕਰਨੇ ਚਾਹੀਦੇ। ਵੱਡੇ ਵੱਡੇ ਗਿਆਨਵਾਨ ਵੀ ਰਚੇ ਹੋਏ ਨੇ ਜਿਹੜੇ ਆਪਣੇ ਨੂੰ ਕਹਿੰਦੇ ਕਹਾਉਂਦੇ ਨੇ, ਔਰ ਅਲਪ ਬੁੱਧੀ ਵਾਲੇ ਨੇ ਉਹ ਅਲਪ ਬੁੱਧੀ ਵਾਲੇ ਨੇ, ਬੜੇ ਬੜੇ ਜਿਹੜੇ ਗਿਆਨਵਾਨ ਕਹਾਉਂਦੇ ਨੇ ਆਪਣੇ ਆਪ ਨੂੰ। ਹਾਂਜੀ, ਤਾਂ ਹੀ ਦਸ਼ਰਥ ਦਾ ਆਇਆ ਚਰਿੱਤਰ ਵਿਰੋਧ। ਹਾਂ, ਆਉਣਾ ਨਹੀਂ ਹੈ। ਰਾਮਚੰਦਰ ਵੀ ਤਾਂ ਉਹੀ ਆ, ਰੋਂਦਾ ਫਿਰਦਾ ਸੀਤਾ ਦੇ ਪਿੱਛੇ। ਰਾਮਚੰਦਰ ਕਿੱਥੇ? ਲਾ ਕੇ ਰੱਖੇ ਪਏ ਨੇ ਕੱਚੇ ਸਾਰੇ, ਗੁਰਬਾਣੀ ਨੇ ਸਾਰੇ ਕੱਚੇ ਲਾ ਕੇ ਰੱਖਦੇ। ਸ਼ਾਹੰਗ ਤਾਂ ਹੀ ਆਇਆ ਲਫ਼ਜ਼। ਹਾਂ, ਸ਼ਾਂਗ ਤਾਂ ਹੀ ਹੈ। ਹਾਂਜੀ, ਜੋਬਨ ਬਹਿਕਰਮ ਕਣਕ ਕੁੰਡਲਾ ਹੈ। ਜੋਬਨ ਬਹਿਕਰਮ, ਉਹ ਜੋਬਨ ਜਿਹੜਾ ਹੈ ਤੁਹਾਨੂੰ ਬਹਿਕਾ ਦਿੰਦਾ। ਬਹਿਕਰਮ ਬਹਿਕਾਤਾ ਜੋਬਨ ਨੇ, ਜਿਹੜਾ ਜੋਬਨ ਹੈ ਬਹਿਕਾ ਦਿੰਦਾ। ਕਣਕ ਕੁੰਡਲਾ ਹੈ। ਸੋਨੇ ਦੇ ਕੁੰਡਲ, ਕਣਕ ਕੁੰਡਲ ਹੈ। ਸੋਨੇ ਦੇ ਕੁੰਡਲ ਪਾਏ ਹੁੰਦੇ ਨੇ ਜਿਹਦੇ ਸੰਤ ਦੇ। ਅਲਾ ਕਹਿੰਦਾ ਬੜਾ ਬਈ ਸੰਤ ਹੈ ਇਹ ਤਾਂ, ਬਹੁਤ ਕੰਚਨ ਕੇ ਕੁੰਡਲ ਬੜੇ ਉੱਪਰ ਲਾਲ ਜੜਾਓ। ਅਗਲਾ ਕਹਿੰਦਾ ਬੱਲੇ ਬੱਲੇ ਬੱਲੇ, ਇਹ ਤਾਂ ਜੀ ਪਹੁੰਚਿਆ ਹੋਇਆ ਹੀ ਹੈ। ਐ ਲਾ ਲੈ ਮਗਰ ਲੋਕ ਦਿਖਾ ਕੇ। ਬਚਿੱਤਰ ਮੰਦਰ ਸੋਭਿਤ ਬਸਤਰਾ। ਬਚਿੱਤਰ ਮੰਦਰ ਬਣਾ ਲੈ। ਬਚਿੱਤਰ ਮੰਦਰ ਕੱਟੇ ਹੋਏ ਤੇ ਆ ਬਚਿੱਤਰ ਮੰਦਰ ਨਹੀਂ ਬਣਾਇਆ ਤੁਸੀਂ। ਉੱਥੇ ਕੀ ਕੀਤਾ? ਸੋਨਾ ਲਾ ਕੇ ਹਰਮੰਦਰ। ਉਹ ਬਚਿੱਤਰ ਮੰਦਰਾਂ ਦੀ ਤਾਂ ਆ ਕੀਤੀ ਤੀ ਭੰਡੀ ਪ੍ਰਚਾਰ। ਬਚਿੱਤਰ ਮੰਦਰ ਇਹਨਾਂ ਦੇ ਬਚਿੱਤਰ ਮੰਦਰ ਬਣਾਏ ਤੇ ਦੇਖੋ ਕਿੰਨੀਆਂ ਕਿੰਨੀਆਂ ਉਹ ਬਣਾਏ ਪੱਥਰ ਦੇ, ਕਿੰਨਾ ਮੀਨਾਕਾਰੀ ਬਣਾਈ ਆ। ਬਣਾਉਂਦੇ ਇਹਨਾਂ ਦੇ ਮੰਦਰਾਂ ਦੇ ਵਿੱਚ ਇਹ ਵੀ ਬਣਾਉਣ ਲੱਗੇ। ਕਿਉਂ ਆ ਗਏ ਨਾ ਬੇਦੀ ਆ ਗਿਆ। ਆ ਬੜੇ ਉਹੀ ਆ ਬੜੇ ਨਾ। ਰਾਜਾ ਹੋ ਗਿਆ ਸ੍ਰੀ ਚੰਦ ਕਹਿੰਦਾ, ਰਣਜੀਤ ਸਿੰਘ ਉਹਨਾਂ ਦੇ ਟਹੇ ਚੜ੍ਹ ਗਿਆ। ਬਾਹਮਣ ਆ ਬੜਿਆ ਉਹੀ ਕੰਮ ਕਰ ਲਿਆ ਸ਼ੁਰੂ। ਬਚਿੱਤਰ ਮੰਦਰ ਬਣਾ ਲਏ। ਇਹੋ ਜਿਹਾ ਨਹੀਂ ਸੀਗਾ ਸਾਡੇ ਇਹ ਜਿਹੜਾ ਪਹਿਲਾਂ ਬਣਾਇਆ ਅੱਜ ਵਰਗਾ। ਤਾਂ ਢਾਹਿਆ ਇਹਨਾਂ ਨੇ। ਕਿਉਂ ਜੀ? ਉਹ ਢਾਹਿਆ ਕਿਉਂ? ਸਰੋਵਰ ਬੜਾ ਕੀਤਾ ਤਾਂ ਕਰ ਲੈਂਦੇ। ਤਾਂ ਉਹਨੂੰ ਦੁਬਾਰਾ ਕਿਉਂ ਬਣਾਇਆ ਨਾ ਰਣਜੀਤ ਸਿੰਘ ਨੇ? ਬਚਿੱਤਰ ਬਣਾਉਣਾ ਸੀ ਨਾ। ਪਹਿਲਾ ਨਕਸ਼ਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਹੋਣਾ ਵੀ ਨਮੂਨਾਕਾਰੀ ਨਹੀਂ ਸੀ, ਕੁਛ ਵੀ ਨਹੀਂ ਸੀ। ਕਿਉਂਕਿ ਬਚਿੱਤਰ ਮੰਦਰ ਲਿਖਿਆ ਹੈ ਪੰਜਵੇਂ ਪਾਤਸ਼ਾਹ ਜੀ ਉਸੇ ਨੇ ਬਣਾਇਆ, ਉਹਨਾਂ ਨੇ ਤਾਂ ਬਣਾਇਆ, ਉਸੇ ਦਾ ਲਿਖਿਆ ਹੋਇਆ ਹੈ। ਇਤਿਹਾਸ ਸਾਡੇ ਕੋਲ ਸਾਰਾ ਹੀ ਪਿਆ। ਇਹਨਾਂ ਕੋਲ ਕੁਛ ਨਹੀਂ ਹੈਗਾ। ਸੱਚ ਨੂੰ ਜਿੰਨਾ ਮਰਜ਼ੀ ਡੂੰਘਾ ਦੱਬਦੀਏ ਇਹ ਉਹੋ ਜਿਹਾ ਹੀ ਨਿਕਲਦਾ। ਉਹ ਸੋਨਾ 100 ਹਜ਼ਾਰਾਂ ਸਾਲਾਂ ਬਾਅਦ ਉਹੋ ਜਿਹਾ ਨਿਕਲਿਆ ਹੁੰਦਾ ਤਾਂ ਸੱਚ ਹੈ। ਔਰ ਸੋਨਾ ਦਾ ਨਾਸਵੰਤ ਹੈ ਕਿਹਾ ਹੋਇਆ। ਹੀਰੇ ਜਵਾਹਰਾਤ ਧਰਤੀ ਦੱਬੇ ਹਜ਼ਾਰਾਂ ਸਾਲ ਬਾਅਦ ਉਹੋ ਜਿਹੇ ਨਿਕਲਦੇ ਨੇ, ਪਰ ਉਹ ਨਾਸਵੰਤ ਨੇ। ਸੱਚ ਤਾਂ ਨਾਸਵੰਤ ਹੈ ਹੀ ਨਹੀਂ। ਇਹ ਤਾਂ ਉਹੋ ਜਿਹਾ ਹੀ ਘਟੰਤ ਕਣਕ ਮਾਣ ਕਮਾਇਆ। ਉਹ ਤਾਂ ਘਟ ਜਾਂਦੇ ਨੇ। ਘਟੰਤ ਨੇ ਮਾਣ ਕਮਾਇਆ। ਇਹ ਤਾਂ ਘਟਣ ਵਾਲਾ ਹੈ ਹੀ ਨਹੀਂ। ਜਦ ਇਹ ਪ੍ਰਗਟ ਹੁੰਦਾ ਉਦੋਂ ਵੀ ਖਤਰਨਾਕ ਤਰੀਕਾ ਹੋ ਜਾਂਦਾ ਇਹਦਾ। ਬਚਿੱਤਰ ਮੰਦਰ ਸੋਭਿਤ ਬਸਤਰਾ। ਬਚਿੱਤਰ ਮੰਦਰ ਸੋਭਿਤ ਬਸਤਰਾ, ਸੋਹਣੇ ਸੋਹਣੇ ਰੁਮਾਲੇ। ਬਚਿੱਤਰ ਮੰਦਰ ਦੋਏ ਚੀਜ਼ਾਂ ਬਣਾ ਲੀਆਂ। ਫਾਂਸੀ ਦੇ ਰੱਸੇ ਬਣਾਤੇ ਗਲ 'ਚ ਪਾ ਕੇ। ਕੰਨਾਂ ਤੋਂ ਸੁਰਤ ਹਟਾ ਕੇ ਬਾਣੀ ਤੋਂ ਅੱਖਾਂ ਤੇ ਲਿਆਂਦੀ ਰੂਪ ਤੇ। ਰੂਪ ਤੇ ਲਿਆਂਦੀ। ਰੂਪ ਨਾਸਵੰਤ ਹੈ। ਸ਼ਬਦ ਨਾਲ ਤੋੜ ਕੇ ਤੇ ਗੁਰੂ ਸ਼ਬਦ ਹੈ। ਫਿਰ ਉੱਥੇ ਮੰਦਰ ਅੱਖਾਂ ਤੇ ਤੁਸੀਂ ਤਾਂ ਕੰਨਾਂ ਤੋਂ ਤੋੜ ਕੇ ਅੱਖਾਂ ਤੇ ਲਿਆਏ ਲੋਕਾਂ ਨੂੰ। ਸ਼ਬਦ ਤੋਂ ਤਾਂ ਤੁਸੀਂ ਤੋੜਤਾ। ਜਦ ਕੰਨਾਂ ਤੋਂ ਸੁਰਤ ਟੁੱਟ ਕੇ ਅੱਖਾਂ ਤੇ ਆ ਗਈ, ਸ਼ਬਦ ਤੋਂ ਟੁੱਟ ਗਏ। ਬਹੁਤ ਡੂੰਘੀ ਚਾਲ ਹੈ ਸਮਝਣ ਵਾਲਿਆਂ ਵਾਸਤੇ।
ਸ਼ਬਦ ਤੋਂ ਤੋੜਨ ਵਾਸਤੇ ਜ਼ਰੂਰੀ ਸੀ ਕੰਨਾਂ ਤੋਂ ਧਿਆਨ ਤੋੜਨਾ ਸੀ ਤੁਹਾਡਾ। ਕੰਨੀ ਸੁਰਤ ਸਮਾਏ ਹੈ ਨਾ, ਸ਼ਬਦ ਵਾਸਤੇ ਸ਼ਬਦ ਕੰਨਾਂ ਦਾ ਵਿਸ਼ਾ। ਜੇ ਜਾ ਕੇ ਉੱਥੇ ਸ਼ਬਦ ਸੁਣਦੇ, ਜੋ ਉੱਥੇ ਪੜ੍ਹੀ ਜਾਂਦੀ ਹੈ ਬਾਣੀ, ਉਹਨੂੰ ਵਿਚਾਰਦੇ ਸੁਣਦੇ, ਉੱਥੋਂ ਤੋੜ ਕੇ ਅੱਖਾਂ ਵੱਲ ਕਰਤਾ ਧਿਆਨ, ਸਾਰਾ ਹੀ ਸੋਨਾ ਲਾ ਕੇ ਰਮਾਲੇ ਲਾ ਕੇ, ਤਾਂ ਕਿ ਕੋਈ ਸੁਣੇ ਨਾ ਲਵੇ ਤੋਂ ਕੀ ਗੱਲ ਕੀ ਕਹਿ ਰਹੇ ਨੇ ਜਿਹੜੇ ਜਾਣ ਵਾਲੇ ਨੇ। ਇਹ ਚਾਲ ਸੀ। ਹੁਣ ਇਹ ਕੀ ਕਰਦੇ ਨੇ? ਇਹ ਵੀ ਅਜੂਬੇ ਹੀ ਬਣਾ ਰਹੇ ਨੇ। ਇਹ ਉਹੀ ਨੇ ਸਾਰੇ, ਜਿੰਨੇ ਵਿਦਵਾਨ ਨੇ ਅਜੂਬੇ ਹੀ ਬਣਾ ਰਹੇ ਨੇ। ਅੱਖਾਂ ਨਾਲ ਦੇਖਣ ਵਾਲੀ ਚੀਜ਼ ਬਣਾ ਲਏ ਨੇ। ਖਾਲਸਾ ਵਿਰਾਸਤ, ਰੂਪ ਨਾਸਵੰਤ, ਖਾਲਸਾ ਵਿਰਾਸਤ, ਅਜੂਬਾ ਉਹੀ ਸਪੋਕਸਮੈਨ ਬਣਾ ਰਿਹਾ। ਉੱਚਾ ਇਹ ਸਾਰੇ ਜਿਹੜੇ ਉੱਚਾ ਦਰ ਬਾਬੇ ਨਾਨਕ ਵਾਲੇ ਨੇ, ਸਾਰੇ ਇਹ ਪੰਡਤ ਨੇ ਵਿਗੜੇ ਹੋਏ। ਔਰ ਪੈਸਾ ਰੋਜ਼ ਰੋਜ਼ ਪੈਸਾ ਚਾਹੀਦਾ, ਪੈਸੇ ਦੀਆਂ ਅਪੀਲਾਂ। ਬਚਿੱਤਰ ਮੰਦਰ ਵਾਸਤੇ ਪੈਸਾ ਚਾਹੀਦਾ ਹੀ ਹੈ। ਹਾਂ, ਸੋਭਿਤ ਵਸਤਰਾ, ਸੋਭਤ ਵਸਤਰ, ਬੜੇ ਸੋਹਣੇ ਵਸਤਰ, ਬਚਿੱਤਰ ਮੰਦਰ, ਇਹ ਚਾਹੀਦਾ। ਇਤਿਅੰਤ ਮਾਇਆ ਵਿਆਪ, ਇਹ ਮਾਇਆ ਵੱਲ ਨੂੰ ਖਿੱਚਣਗੇ ਤੁਹਾਨੂੰ। ਕਿਉਂ? ਰੂਪ ਹੈ ਜਿਹੜਾ, ਰੂਪ ਹੈ ਨਾ, ਰੂਪ ਨਾਸਵੰਤ ਹੈ, ਨਾਸਵੰਤ ਚੀਜ਼ ਨਾਲ ਜੋੜਤਾ। ਬਿਨਸੇ ਕੋ ਰੂਪ ਦੇਖੇ ਦੁਨੀਆ, ਇਹ ਰੂਪ ਨਾਸਵੰਤ ਹੈ, ਬਿਨਸਣ ਵਾਲੀ ਚੀਜ਼ ਹੈ, ਉਹਦੇ ਨਾਲ ਜੋੜਤਾ। ਇਤਿਅੰਤ ਮਾਇਆ, ਆਪਣੇ ਆਪ ਨਾਲ ਜੁੜਨਾ ਸੀ, ਉਧਰੋਂ ਅੰਦਰੋਂ ਹਟਾ ਕੇ ਧਿਆਨ ਬਾਹਰਮੁਖੀ ਕਰਤਾ। ਸ਼ਬਦ ਨੇ ਅੰਤਰਮੁਖੀ ਕਰਨਾ ਤਾਂ, ਜੇ ਕੰਨਾਂ ਨਾਲ ਜੁੜੇ ਰਹਿੰਦੇ, ਸ਼ਬਦ ਸੁਣਦੇ, ਗੁਰਬਾਣੀ ਸੁਣਦੇ, ਅੰਤਰਮੁਖੀ ਹੋ ਜਾਂਦੇ। ਰੂਪ ਨੂੰ ਦੇਖ ਕੇ ਬਾਹਰਮੁਖੀ ਹੋ ਗਏ, ਬਾਹਰਮੁਖੀ ਹੋ ਰਹੇ ਗਏ। ਇਸ ਤਰੀਕੇ ਨਾਲ ਗੁਰਬਾਣੀ ਨੂੰ ਤੋੜ ਕੇ ਰੱਖਦੇ। ਇਤਿਅੰਤ ਮਾਇਆ ਵਿਆਪ, ਇਸ ਕਰਕੇ ਉਦੋਂ ਗੁਰੂ ਘਰ ਕੱਚੇ ਬਣਾਏ, ਤੇ ਬਣਾਏ ਹੀ ਨਹੀਂ ਸੀ ਪਹਿਲਾਂ, ਗੁਰੂਆਂ ਨੇ ਤਾਂ ਬਣਾਏ ਹੀ ਨਹੀਂ। ਉਹਨਾਂ ਨੇ ਤਾਂ ਬਣਾਏ ਹੀ ਨਹੀਂ। ਉਹ ਤਾਂ ਇੱਕ ਸੁਰੱਖਿਆ ਵਾਸਤੇ ਕਮਰਾ ਬਣਾਇਆ ਸੀ ਸਰੋਵਰ ਦੇ ਵਿੱਚ, ਬੀੜ ਵਾਸਤੇ, ਭੀੜ ਵਾਸਤੇ, ਪੋਥੀ ਸਾਹਿਬ ਵਾਸਤੇ, ਵੀ ਸੇਫਟੀ ਵਾਸਤੇ। ਹੁਣ ਉਹਦੀ ਵੀ ਲੋੜ ਹੈ ਨਹੀਂ, ਹੁਣ ਤਾਂ ਉਹਦੀ ਲੋੜ ਹੈ ਨਹੀਂ, ਉਦੋਂ ਲੋੜ ਸੀ। ਔਰ ਉਹ ਤਾਂ ਪਰਪਸ ਵੀ ਨਹੀਂ ਸਾਡਾ ਹੱਲ ਹੋਇਆ। ਉਹ ਭੀੜ ਤਾਂ ਹੈ ਉਹ ਨਹੀਂ ਸਾਡੇ ਕੋਲ। ਸਾਡੇ ਕੋਲ ਉਹ ਤੇ ਇਲਾਵਾ ਕੋਈ ਭੀੜ ਉਹ ਵੀ ਨਹੀਂ ਜਿਹਦੇ ਤੇ ਗੁਰੂ ਘਰ ਦੀ ਅਪਰੂਵਡ ਹੋਵੇ, ਸਾਈਨ ਹੋਣ। ਰਹਿਣੇ ਨਹੀਂ ਦਿੱਤੀ। ਜੋ ਪਰਪਸ ਸੀ ਉਹ ਇਹਨਾਂ ਨੇ ਰਹਿਣ ਨਹੀਂ ਦਿੱਤਾ। ਇੰਨੀਆਂ ਭੀੜਾਂ ਦੀਆਂ 10-41 ਕਿੱਥੇ ਗਈਆਂ? ਜਦੋਂ ਖਾਲਸਾ ਬਾਹਰ ਫਿਰਦਾ ਰਿਹਾ ਨਾ ਜੰਗਲਾਂ 'ਚ, ਉਦੋਂ ਇਹਨਾਂ ਲੋਕਾਂ ਨੇ ਜਿਹੜੇ ਪ੍ਰਚਾਰਕ ਨੇ ਇੱਕ ਭੀੜ ਖਤਮ ਕਰਤੀ। ਇਹਨਾਂ ਨੇ ਖਤਮ ਕੀਤੀ, ਜਿਹੜੇ ਅੱਜ ਪ੍ਰਚਾਰ ਕਰਦੇ ਨੇ। ਝਗੜੇ ਭੀੜਾਂ ਦੇ ਵਿੱਚ ਪਾਏ, ਪਾਠ ਅੰਤਰ ਜਾਣ ਕੇ ਕੀਤੇ। ਪਾਠ ਅੰਤਰ ਦਾ ਝਗੜਾ ਉਹੀ ਕਰਦੇ ਨੇ ਆਪ ਖੜਾ, ਜਿਨ੍ਹਾਂ ਦੇ ਬਜ਼ੁਰਗਾਂ ਨੇ ਪਾਏ ਨੇ ਸਿਆਪੇ। ਉਹੀ ਹੁਣ ਕਲਾਕਾਰ ਉਹੀ ਦੱਸ ਰਹੇ ਨੇ ਮਿਸ਼ਨਰੀ ਵਾਲੇ। ਇਹ ਕਰਨ ਵਾਲੇ ਸਾਰੇ ਪਿੱਛੇ ਇਹੀ ਨੇ, ਇਹੀ ਟੋਲਾ ਹੈ। ਸਭ ਜ਼ਿਆਦਾ ਆਪਾਂ ਖੋਜ ਕਰਾਂਗੇ, 300 ਸਾਲ ਦੀ ਗੱਲ ਹੈ, ਤਾਂ ਉੱਥੇ ਪਹੁੰਚ ਜਾਣੀ ਹੈ। ਹੁਣੇ ਹੱਥ ਪਹੁੰਚਿਆ ਹੋਇਆ ਸਾਰਿਆਂ ਦਾ, ਨਿਗਾਹ 'ਚ ਆਏ ਹੋਏ ਨੇ। ਜਿੰਨਾ ਕੀਤੇ ਨੇ ਸ਼ੰਕਾ ਹੀ ਖੜੇ ਹੁਣ ਕਰਦੇ ਨੇ। ਗੁਰੂ ਗੋਬਿੰਦ ਸਿੰਘ ਦੇ 3 ਵਿਆਹ ਨਹੀਂ ਸੀ, ਲੈ ਲਓ, ਸ਼ੰਕਾ ਨਹੀਂ ਹੈ। ਗੁਜਰ ਕੌਰ ਫਲਾਨਾ, ਇਹ ਜਿਹੜਾ ਇਤਿਹਾਸ ਵੀ ਵਿਗਾੜ ਰਹੇ ਤੇ, ਇਹਨਾਂ ਤਾਂ ਕਿਹਾ ਸੀ ਸਭ ਕੁਝ ਖਤਮ ਕਰ ਦੇਣਾ। ਇਹ ਤਾਂ ਮੰਨ ਕੇ ਚੱਲੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਉਹ ਖਤਮ ਹੋ ਜਾਣਾ। ਇਹ ਨਹੀਂ ਸੀ ਪਤਾ ਵੀ ਤੁਸੀਂ ਉਹ ਖਤਮ ਹੋ ਜਾਣਾ। ਇਹਨਾਂ ਦਾ ਝੂਠ ਇਹਨਾਂ ਦੀ ਮੌਤ ਬਣ ਕੇ ਖੜਾ ਹੋ ਗਿਆ। ਬਸ ਸਮਾਪਤੀ ਹੈ ਹੁਣ ਇਹਨਾਂ ਦੀ। ਥੋੜ੍ਹਾ ਹੀ ਚਿਰ ਹੈ, 2-4 ਸਾਲ 'ਚ ਭੋਗ ਪੈ ਜਾਣਾ ਇਹਨਾਂ ਦਾ। ਹਾਂਜੀ। ਅਤਿਅੰਤ ਮਾਇਆ ਵਿਆਪਤਿੰ, ਅਤਿਅੰਤ ਮਾਇਆ ਵਿਆਪਤਮ। ਇਹ ਤੋਂ ਪਤਾ ਲੱਗਦਾ ਚੰਗੇ ਕੱਪੜੇ, ਚੰਗੇ ਮੰਦਰ ਬਣਾਉਣੇ ਅਤਿਅੰਤ ਮਾਇਆ ਦੀ ਵਿਆਪੀ ਹੈ ਤੁਹਾਡੇ ਕੋਲ। ਅੰਦਰ ਮਾਇਆ ਦਾ ਪ੍ਰਭਾਵ ਇੰਨਾ ਹੈ, ਮਾਇਆ ਦੀ ਖਿੱਚ ਇੰਨੀ ਹੈ, ਇਹ ਤੋਂ ਜ਼ਿਆਦਾ ਖਿੱਚਣ ਹੋ ਹੀ ਨਹੀਂ ਸਕਦੀ। ਅੱਤ ਦੀ ਮਾਇਆ, ਤੁਹਾਡੀ ਅੱਤ ਦੀ ਮਾਇਆ ਦੀ ਭੁੱਖ ਹੈ ਤੁਹਾਡੇ ਅੰਦਰ। ਅੱਤ ਦੀ ਭੁੱਖ, ਅੱਤ ਇਤਿਅੰਤ ਮਾਇਆ, ਅਤਿਅੰਤ ਮਾਇਆ ਹੈ ਵਿਆਪਤਿੰ।
ਜਦੋਂ ਮੰਦਰ ਤੇ ਸੋਨਾ ਚੜ ਗਿਆ, ਇਹ ਮੰਦਰ ਇਹੋ ਜਿਹੇ ਬਣਾਉਣ ਲੱਗੇ, ਫਿਰ ਮਾਇਆ ਵੀ ਬਹੁਤ ਚਾਹੀਦੀ ਹੈ। ਔਰ ਰਮਾਲੇ ਬਣਾਉਣ ਲੱਗੇ, ਕੀਮਤੀ, ਕੀਮਤ ਦਾ ਕੋਈ ਅੰਤ ਥੋੜੀ ਹੈ। ਸੋਨੇ ਦੀਆਂ ਤਾਰਾਂ ਨਾਲ ਕਿੰਨੇ ਤੇ ਕਿੰਨੇ ਹੋ ਜਾਣਗੇ, ਜਿੰਨੇ ਮਰਜ਼ੀ ਕਰੀ ਜਾਓ, ਅਸਮਾਨ ਉੱਤੇ ਨੂੰ ਹੈ। ਅਤਿਅੰਤ ਮਾਇਆ ਦੀ, ਅੱਤ ਹੈ ਮਾਇਆ ਦੀ, ਵਿਆਪਤਿੰ ਵਿਆਪੀ ਹੋਈ। ਇਦੋਂ ਮਾਇਆ ਹੋਰ ਕੀ ਵਿਆਪ ਜੂ? ਪੂਰੀ ਅੱਗ ਹੈ ਤੁਹਾਡੇ ਅੰਦਰ ਮਾਇਆ ਦੀ। ਮਾਇਆ ਅਗਨ ਸਭ ਇੱਕੋ ਜਿਹੀ। ਤੇ ਮਾਇਆ ਖਾਤਰ ਤਾਂ ਹੁਣ ਤੁਹਾਡੀ ਆਪਣੀਆਂ ਤਲਵਾਰਾਂ ਵੀ ਚੱਲਣ ਲੱਗ ਗਈਆਂ, ਮਾਇਆ ਖਾਤਰ ਤਾਂ ਪੱਗਾਂ ਵੀ ਥੱਲੇ ਰੋਣ ਲੱਗ ਗਈਆਂ, ਮਾਇਆ ਖਾਤਰ ਤਾਂ ਸਭ ਨੂੰ ਪਤਾ ਸਿੱਖੀ ਵੀ ਛੱਡੀ ਹੋਈ ਹੈ ਤੁਹਾਡੀ। ਮਾਇਆ ਨੇ ਆਪਣਾ ਰੰਗ ਦਿਖਾ ਵੀ ਦਿੱਤਾ। ਧਰਮ ਦਾ ਕੋਈ ਲੱਛਣ ਨਹੀਂ। ਲੱਛਣ ਕਾਹਦੇ ਨੇ? ਅਧਰਮ ਦੇ ਲੱਛਣ ਆ ਗਏ ਹੁਣ। ਉਹ ਧਰਮ ਦਾ ਲੱਛਣ ਸੀ। ਮਾਇਆ ਦੀ ਜਿਹੜੀ ਹੈ ਤਿਆਗ, ਮਾਇਆ ਦਾ ਤਿਆਗ ਧਰਮ ਦਾ ਲੱਛਣ ਹੈ। ਮਾਇਆ ਦੇ ਮੋਹ ਦਾ ਤਿਆਗ ਧਰਮ ਦਾ ਲੱਛਣ ਹੈ। ਮਾਇਆ ਦੀ ਭੁੱਖ ਅਧਰਮ ਦਾ ਲੱਛਣ ਹੈ, ਅਧਰਮ ਦਾ ਲੱਛਣ। ਤੇ ਉਹ ਧਰਮ ਦਾ ਲੱਛਣ ਹਾਈ ਕੋਰਟ ਤੁਸੀਂ ਲਿਖ ਕੇ ਦੇਤਾ ਵੀ ਸੇ ਕੋਈ ਹੈ ਹੀ ਨਹੀਂ। ਲੱਛਣ ਵੀ ਪੂਰਾ, ਸਬੂਤ ਵੀ ਹੈਗਾ। ਹੁਣ ਦੱਸੋ ਕੀ ਕਹਿਣਾ ਤੁਸੀਂ ਅੱਗੇ? ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ? ਸਿੱਖੀ ਤਾਂ ਹੋ ਗਈ ਖਤਮ, ਤੁਸੀਂ ਕਰਤੀ। ਪੈਸਾ ਬਹੁਤ ਹੈ, ਚੜਾਵਾ ਬਹੁਤ ਹੈ, ਚੜਾਵੇ ਨਾਲੇ ਕੀਤੀ ਹੈ। ਹੁਣ ਅੱਗੇ ਹੋਰ ਕੀ ਕਰਨਾ? ਅਗਲਾ ਪ੍ਰੋਗਰਾਮ ਦੱਸ ਦਿਓ ਸੰਗਤ ਨੂੰ, ਅਗਲਾ ਕੀ ਹੈ ਤੁਹਾਡਾ? ਹਾਂਜੀ। ਹੇ ਅਚੁੱਤ ਸ਼ਰਨ ਸੰਤ ਨਾਨਕ ਭਉ ਭਗਵਾਨੇ ਨਮਹਿ। ਹੇ ਅਚੁੱਤ, ਹੇ ਨਿਰਾਕਾਰ, ਸ਼ਰਨ ਸੰਤ ਤੇਰੀ ਸ਼ਰਨ ਸੰਤ ਆਏ ਨੇ। ਹੇ ਪਰਮੇਸ਼ਰ, ਅਚੁੱਤ ਕੌਣ ਹੈ? ਪਰਮੇਸ਼ਰ। ਹੇ ਪਰਮੇਸ਼ਰ, ਸੰਤ ਜਨ ਤੇਰੀ ਸੰਗਤ ਵਿੱਚ ਆਏ, ਤੇਰੀ ਸ਼ਰਨ ਵਿੱਚ ਆਏ ਨੇ। ਨਾਨਕ ਭਉ ਭਗਵਾਨੇ ਨਮਹਿ। ਨਾਨਕ ਕਹਿੰਦਾ ਭਉ ਭਗਵਾਨ ਹੈ ਨਮੈ। ਤੇਰੀ ਜਿਹੜੀ ਭੁੱਖ ਹੈ, ਸੱਚ ਦੀ ਭੁੱਖ ਹੈ, ਤੇਰਾ ਜਿਹੜਾ ਪਿਆਰ ਹੈ, ਤੇਰੀ ਜਿਹੜੀ ਇੱਛਾ ਹੈ ਸਾਡੇ ਅੰਦਰ, ਉਹਨੂੰ ਨਮਸਕਾਰ ਹੈ। ਉਹ ਇੱਛਾ ਨੂੰ ਨਮਸਕਾਰ ਹੈ। ਭਉ ਭੱਬੇ ਨੂੰ ਹੋੜਾ, ਭਉ ਭਗਵਾਨੇ ਨਮਹਿ। ਭਉ ਇੱਛਾ, ਤੇਰੀ ਭੁੱਖ ਨੂੰ ਨਮਸਕਾਰ ਹੈ। ਤੇਰੀ ਭੁੱਖ ਸਾਨੂੰ ਜੁਦਾ ਨਹੀਂ ਹੋਣ ਦਿੰਦੀ ਤੇ ਤੋ ਤੇਰੀ ਭੁੱਖ ਨਹੀਂ ਬਚਾ ਕੇ ਰੱਖਿਆ ਹੋਇਆ। ਤੈਨੂੰ ਕਾਹਦੀ ਨਮਸਕਾਰ ਹੈ? ਤੇਰੀ ਤਾਂ ਭੁੱਖ ਹੈ ਬਹੁਤ, ਨੇ ਬਚਾ ਲਿਆ ਸਾਨੂੰ। ਤੇਰੀ ਭੁੱਖ ਨੇ ਬਚਾ ਲਿਆ। ਇਹ ਭੁੱਖ ਨੂੰ ਨਮਸਕਾਰ ਹੈ ਤੇਰੀ ਨੂੰ, ਇਹਨੇ ਬਚਾ ਲਿਆ ਸਾਨੂੰ। ਜਿਹੜੀ ਤੇਰੀ ਭੁੱਖ ਪੈਦਾ ਹੋਈ ਸੱਚ ਦੀ, ਇਹ ਬਚਾ ਗਈ ਸਾਨੂੰ। ਇਹ ਰੁੜ ਗਏ ਸਾਰੇ ਹੀ, ਬੇੜਾ ਰੁੜ ਗਿਆ। ਸੰਤਾਂ ਨੂੰ ਬਚਾ ਲਿਆ। ਤੇਰੀ ਜਿਹੜੀ ਭਉ ਹੈ, ਭੁੱਖ ਹੈ, ਉਹਨੂੰ ਨਮਸਕਾਰ ਹੈ, ਉਹ ਬਚਾ ਗਈ ਸਾਨੂੰ। ਹਾਂਜੀ, ਤੇਰੇ ਤੱਕ ਲੈ ਆਈ, ਤੇਰੀ ਭੁੱਖ ਤੇਰੇ ਤੱਕ ਲੈ ਆਈ ਸਾਨੂੰ। ਹਾਂਜੀ। ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਹੁਣ ਉਹਨਾਂ ਨੂੰ ਉਪਦੇਸ਼ ਕਰਦੇ ਨੇ ਜਿਹੜੇ ਫਸ ਗਏ, ਜਿਨ੍ਹਾਂ ਨੇ ਭੁੱਖ ਨਹੀਂ ਪੈਦਾ ਕੀਤੀ, ਜਿਨ੍ਹਾਂ ਨੇ ਮੋਹ ਦੇ ਵਿੱਚੋਂ, ਜਿਨ੍ਹਾਂ ਨੂੰ ਮੋਹ 'ਚੋਂ ਮੌਤ ਨਹੀਂ ਦਿਖਾਈ ਦਿੱਤੀ, ਉਹਨਾਂ ਨੂੰ ਕਹਿੰਦੇ ਨੇ ਜਨਮੰ ਤਾਂ ਮਰਨੰ। ਜਿਹੜਾ ਸਰੀਰ ਪੈਦਾ ਹੋਇਆ ਨਾ, ਉਹਨੇ ਮਰਨਾ ਜ਼ਰੂਰ ਹੈ। ਤੇ ਮਾਇਆ ਦਾ ਸਰੀਰ ਜੰਮਿਆ, ਇਸ ਨੇ ਮਰਨਾ। ਤੈਂ ਤਾਂ ਮਰਨਾ ਨਹੀਂ, ਤੂੰ ਤਾਂ ਜੰਮਿਆ ਨਹੀਂ। ਇਹਨੇ ਤਾਂ ਮਰਨਾ ਹੀ ਮਰਨਾ ਸੀ। ਜਨਮੰ ਤਾਂ ਮਰਨੰ, ਜੇ ਜਨਮ ਹੈ ਤਾਂ ਮਰਨ ਲਾਜ਼ਮੀ ਹੈ। ਹਰਖੰ ਤਾਂ ਸੋਗੰ। ਜਿੱਥੇ ਖੁਸ਼ੀ ਹੈ ਉੱਥੇ ਸੋਗ ਵੀ ਹੈ, ਕਮੀ ਵੀ ਹੈ। ਜਿੱਥੇ ਹਰਸ਼ ਹੈ, ਖੁਸ਼ੀ ਹੈ, ਉੱਥੇ ਕਮੀ ਵੀ ਹੈ। ਸੰਸਾਰ 'ਚ ਖੁਸ਼ੀ ਹੈ, ਸੰਸਾਰ 'ਚ ਕਮੀ ਹੈ। ਸੰਸਾਰ 'ਚ ਕੋਈ ਜੰਮਦਾ, ਸੰਸਾਰ 'ਚ ਮਰਦਾ। ਸੱਚਖੰਡ 'ਚ ਨਾ ਕੋਈ ਜੰਮਦਾ ਨਾ ਮਰਦਾ। ਸੱਚਖੰਡ ਨਾ ਖੁਸ਼ੀ ਹੈ ਨਾ ਕਮੀ ਹੈ, ਉੱਥੇ ਹੀ ਨਹੀਂ।
ताहिए जो नाल दुख में दुख नहीं माने, सुख स्नेह और भय नहीं जाके, कंचन माटी माने। कंचन नूं मिट्टी मनना पऊगा, कंचन नूं मिट्टी नहीं मनिया होया। संतां ने मनिया होया मिट्टी। संतां नूं कीमत है, संतां वास्ते कीमत है सच दी ज़्यादा। संसारियां वास्ते कीमत है सोने दी, हीरे जवाहरातां दी ज़्यादा। तानर भूम दी, तानर भूम पुरातन बैरा। इन्हां च बैर भावना भी धन भूम करके ही है। बैर भावना काहदी है? अकाली दल के कै टुकड़े ने। बैर भावना काहदी है? वो कहना मेरा राज होवे गोलक ते गद्दी ते, वो कहना मेरा होवे। तानर भूम है उत्थे, होर की है? पुरातन बैरा, पुरातन ते बैर चलिया आउंदा। इहदे बैर दे रूप अड्ड अड्ड ने। बैर तानर भूम दा ही है, चाहे वो मंदिरां, चाहे गुरुद्वारियां, चाहे किते, चाहे वो वैसे दूए उधर कुर्सी दा, राज दी कुर्सी दा, चाहे धर्म दी कुर्सी दा। ये धर्म भी हो जाई है, कोई फर्क नहीं है। जिथे माया प्रधान है वो धर्म ही नहीं है। जिथे माया की प्रधानगी है धर्म ही नहीं है। भोगं तां रोगं, भोगं तां रोगं, जिथे भोग ने तरह तरह के, उत्थे रोग भी ने। तो उत्थे तो कोई भोग है ही नहीं। ए संसार च ज्ञान का भोजन उत्थे नहीं है। सचखंड कोई भोजन नहीं। उत्थे भोजन काहदा? जिथे भुखू भोजन उत्थे है, उत्थे भुखे है नहीं। भोजन काहदा है? भोजन उत्थे है जिथे भुख है। भुख संसार च है। संसार च भुख है, संसार च रोग ने। भोगं तां रोगं, भोग नाल रोग है। ऊचं तां नीचं, जे उच्चा है कोई नीवा है। तो सचखंड का कोई ऊंचा नीवा है नहीं, वो तो बराबर ने सारे। जो तो बराबर ने तो भगत और गुरु च, गुरु और भगत तो फिर दो अड्डो अड्डी ने। नानक गुरु क्यों है, धन्ना भगत क्यों है? तुसीं कहना नानक की अवस्था वड्डी है, वो छोटी है, तो भोग वो तो फिर संसार च नहीं दोए। फिर नानक संसार दे विच ही है। जे नानक वड्डा है ना, फिर नानक नहीं सचखंड जा सकता। फिर संसार दे विच हुंदा है। वड्डा और छोटा संसार च हुंदा है। ऊचं तां नीचं, ऊच नीच तो संसार च, उत्थे तो ऊच नीच है नहीं कोई। तो एक सवाही है। उत्थे तो इक्को जे ने सारे। उत्थे दो सौ में है ही नहीं कोई, एक बराबर ने सारे। जे नानक वड्डा है गुरु है तो वो सचखंड च नहीं है, फिर वो इत्थे ही है किते। उन्हां दा नानक इत्थे ही है किते, या वो नानक नूं इत्थे ही मनदे ने किते, संसार विच ही। सचखंड नहीं मनदे हो जे उच्चा। नाना सो मुचं, नाना सो मुचं, नाना जिते कोई छोटा है सो मुचं, उत्थे कोई वड्डा भी है। कोई तिनका है कि तिनका, नाना है बरीक है। बड़े बड़े बिरछ ने, मोटे ने। जिते तिनके ने उत्थे बिरछ भी ने। राजं तां मानं, अभिमानं तां हीनं। जे राज है तो मान भी है उहदा। जे राज है तो उहदा हंकार हो जाना जरूरी है। अभिमानं तां हीनं, जे अभिमान है उत्थे गिरावट भी है, जवाल भी है उत्थे। जे हंकार हो गया, राज आ गया तो थले भी डिगना है। राजा तो भिखारी भी हो जाना। जे भिखारी है तो राजा है, जे राजा तो भिखारी बनना ही बनना उन्हें। क्यों? ਜਿਹੜੇ खाली ने उन्होंने भरना, भरिया नूं खाली करना ही ਉਹਦਾ ਕੰਮ है। प्रवृत्ति मार्ग, ਜਿਹੜੇ ਭਰੇ ਜਾਂਦੀਆਂ ਟੰਡਾਂ ਭਰੀਆਂ ਜਾਂਦੀਆਂ ਖਾਲੀ ਹੋ ਕੇ ਆ ਜਾਂਦੀਆਂ ਨੇ। ਜਿਹੜੇ ਇੱਥੇ ਰਾਜੇ ਨੇ ਨਾ, ਉਹ ਇੱਥੇ ਡੁੱਲ ਜਾਂਦਾ ਸਭ ਕੁਝ ਉਹਨਾਂ ਦਾ। ਆਉਂਦੀ ਹੈ ਭਰੀ ਹੋਈ, ਜਾਂ ਆਏ ਸੀ ਜਨਮ ਲਿਆ ਸੀ ਭਰੇ ਹੋਏ ਆਏ ਸੀ। ਹੁਣ ਸਿਖਰ ਜਾ ਕੇ ਟੰਡ ਖਾਲੀ ਹੁੰਦੀ ਹੈ। ਜਾਂ शिखर ਜਾਂਦੀ ਹੈ ਨਾ ਟੰਡ ਘੁੰਮ ਕੇ, ਚੱਕਲਾ ਕਹਿੰਦੇ ਨੇ ਉਹਦੇ ਉੱਤੇ, ਉੱਥੇ ਖਾਲੀ ਹੋ ਜਾਂਦੀ ਹੈ। ਬਾਬੇ ਥੱਲੇ ਨੂੰ ਖਾਲੀ ਹੋ ਜਾਂਦੀ ਹੈ। ਉਹਨੇ ਖਾਲੀ ਜਾਣਗੇ ਜਿਹੜੇ ਭਰੇ ਹੋਏ ਆਏ ਤੇ। अड़े चीफ मिनिस्टर बनाए हुए ना, प्राइम मिनिस्टर, बड़े बड़े अफसर सब खाली जाएंगे। तो खाली हथ
ਤਾਂ ਹੀ ਉਹਦੇ ਨਾਲ ਆਈ ਹੈ ਨਾ ਕਹਾਣੀ ਵੀ ਮੇਰੇ ਹੱਥ ਬਾਹਰ ਕਰ ਦਿਓ ਜਨਾਜੇ ਤੇ ਦੋਏ ਸਿਕੰਦਰ ਦੇ। ਉਹ ਜੇ ਸਿਕੰਦਰ ਦੇ ਹੱਥ ਖਾਲੀ ਗਏ, ਤੁਸੀਂ ਕਿਹੜੇ ਸਿਕੰਦਰ? ਤੁਸੀਂ ਤਾਂ ਸਿਕੰਦਰ ਦਾ ਹਵਾ ਵਰਗੇ ਵੀ ਨਹੀਂ ਹੈਗੇ। ਕੋਈ ਸਬਕ ਨਹੀਂ ਕਿਸੇ ਦੇ, ਕੋਈ ਪਰਵਾਹ ਨਹੀਂ ਹੈ ਸਿਕੰਦਰ ਨੇ ਕੀ ਕੀਤਾ ਕੀ ਨਹੀਂ ਕੀਤਾ। ਨਸ਼ਾ ਹੈ, ਨਸ਼ੇ 'ਚ ਨਿਰੰਕਾਰ ਦਾ ਨਸ਼ਾ, ਐਸਾ ਨਸ਼ਾ ਹੁੰਦਾ ਹੈ। ਐਸਾ ਹੀ ਨਸ਼ਾ ਮਾਇਆ ਦਾ। ਅਭਿਮਾਨੰ ਤਾਂ ਹੀਨੰ, ਅਭਿਮਾਨਕ ਤਾਂ ਹੀਣ ਜੇ ਅਭਿਮਾਨ ਹੈ ਤਾਂ ਹੀਨ ਭਾਵਨਾ ਵੀ ਆ ਜਾਣੀ ਹੈ। ਕਿਸੇ ਨੇ ਪੁੱਛਣਾ ਨਹੀਂ ਮੇਰਾ ਬੱਟੇ, ਕਹਿੰਦਾ ਸਿਆਣਨਾ ਵੀ ਨਹੀਂ। ਨਰਾਦਰੀ ਵੀ ਉਹਦੀ ਉਹ ਜ਼ਿਆਦਾ ਹੋਣੀ ਆ ਕਹਾਂ। ਜਮਾਂ ਨੇ ਨਰਾਦਰੀ ਵੀ ਉਹਦੀ ਜ਼ਿਆਦਾ ਕਰਨੀ ਹੈ ਜਿਹੜਾ ਜ਼ਿਆਦਾ ਹੰਕਾਰੀ ਹੈ, ਉਹਦੀ ਉਹ ਨਰਾਦਰੀ ਜ਼ਿਆਦਾ ਹੋਣੀ ਹੈ। ਹਾਂਜੀ। ਪ੍ਰਵਿਰਤੀ ਮਾਰਗੰ ਵਰਤੰਤੀ ਵਿਨਾਸ਼ਨੰ, ਪ੍ਰਵਿਰਤੀ ਮਾਰਗ ਜਿਹੜਾ ਹੈਗਾ, ਜਿਹੜਾ ਪੁੱਠਾ ਚੱਲੂਗਾ। ਵਰਤੰਤੀ ਵਿਨਾਸ਼ਨੰ, ਪ੍ਰਵਿਰਤੀ ਇੱਕ ਤਾਂ ਹੁੰਦੀ ਹੈ ਆਪਣੇ ਆਹ ਪ੍ਰਕਿਰਤੀ। ਪ੍ਰਕਿਰਤੀ ਹੈ ਕੁਦਰਤ, ਨੇਚਰ। ਪ੍ਰਕਿਰਤੀ ਤੋਂ ਉਲਟ ਪ੍ਰਵਿਰਤੀ ਹੈ। ਪ੍ਰਵਿਰਤ ਹੁੰਦਾ ਅਸਲ 'ਚ ਬਦਲ ਜਾਣਾ, ਉਲਟ ਪ੍ਰਵਿਰਤ ਹੋ ਜਾਣਾ, ਬਦਲ ਜਾਣਾ। ਜਿਹੜਾ ਪ੍ਰਵਿਰਤੀ ਮਾਰਗ ਆਇਆ ਹੈ, ਇੱਕ ਪ੍ਰਵਿਰਤੀ ਕਰਮ ਹੈ, ਇੱਕ ਪ੍ਰਵਿਰਤੀ ਮਾਰਗ ਹੈ। ਜੋ ਪ੍ਰਚਲਿਤ ਕਰਮ ਹੈ ਸੰਸਾਰ 'ਚ, ਜੋ ਇੱਥੇ ਕਰਮ ਪ੍ਰਚਲਿਤ ਹੈ ਸੰਸਾਰ 'ਚ, ਇਹ ਸੰਸਾਰ 'ਚ ਉਹ ਤਾਂ ਉਲਟਾ ਕੰਮ ਹੈ ਜਿਹੜਾ ਕਰਮ, ਉਹ ਉੱਥੇ ਉਹ ਹੈ ਲਾਵਾਂ 'ਚ ਪ੍ਰਵਿਰਤੀ ਕਰਮ ਹੈ, ਉੱਥੇ ਪ੍ਰਵਿਰਤੀ ਮਾਰਗ ਨਹੀਂ ਹੈ। ਪ੍ਰਵਿਰਤੀ ਕਰਮ, ਇੱਥੇ ਵਾਲਾ ਕਰਮ ਨਹੀਂ ਹੈ, ਉਹ ਇੱਥੋਂ ਉਲਟ ਕਰਮ ਬਦਲਿਆ ਹੋਇਆ ਪ੍ਰਵਿਰਤੀ ਮਾਰਗ। ਹਾਂ, ਉਹ ਕਰਮ ਨਹੀਂ ਕਰ ਰਿਹਾ, ਕਰਮ ਤਾਂ ਪਰਮੇਸ਼ਰ ਕਰ ਰਿਹਾ, ਉਹ ਤਾਂ ਕਰਾਇਆ ਹੋਇਆ ਕਰ ਰਿਹਾ। ਉਹ ਪ੍ਰਵਿਰਤੀ ਮਾਰਗ, ਉਹ ਇਹ ਪ੍ਰਵਿਰਤੀ ਮਾਰਗ ਹੈ, ਉਹ ਪ੍ਰਵਿਰਤੀ ਕਰਮ ਹੈ। ਪ੍ਰਵਿਰਤੀ ਮਾਰਗੰ ਵਰਤੰਤੀ ਵਿਨਾਸ਼ਨੰ, ਕਰਦਾ ਪਰਮੇਸ਼ਰ ਹੈ ਨਾ, ਕਰਦਾ ਇਹ ਜੀਵ ਹੈ, ਕਰਾਉਂਦਾ ਪਰਮੇਸ਼ਰ ਹੈ। ਉੱਥੇ ਕਿਸੇ ਦੇ ਪਰਥਾਏ ਕਰਦਾ, ਉਹ ਤਾਂ ਆਪ ਤਾਂ ਕਰਦਾ ਨਹੀਂ। ਇਸ ਕਰਕੇ ਉਹ ਪਾਪ ਵੀ ਪੁੰਨ ਬਣ ਜਾਂਦਾ, ਜੁਮੇ ਉਹਦੇ ਪੈ ਜਾਣਾ ਨਾ। ਉਸ ਕਰਕੇ ਉਲਟੇ ਕੰਮ ਵੀ ਉਹ ਸਿੱਧੇ ਤਾਂ ਪੈਂਦੇ ਨੇ ਕਿ ਉਹ ਕਿਰਾਇਆ ਕਰਦਾ ਹੈ। ਉਹ ਪਾਪ ਪੁੰਨ ਤਾਂ ਬਦਲ ਜਾ, ਪਾਪ ਔਰ ਪੁੰਨ ਰਹਿੰਦਾ ਹੀ ਨਾ। ਪਾਪ ਹੈ ਨਾ ਪੁੰਨ, ਨਾ ਪੁੰਨ ਰਹੇ ਨਾ ਪਾਪ ਰਹੇ। ਹਾਂ, ਪ੍ਰਵਿਰਤੀ ਜਿਹੜਾ ਮਾਰਗ ਹੈ ਵਰਤੰਤੀ ਵਿਨਾਸ਼ਨੰ, ਨੇਚਰ ਦੇ ਖਿਲਾਫ ਜਾਣਾ ਪ੍ਰਵਿਰਤ ਮਾਰਗ ਹੈ, ਕੁਦਰਤ ਦੇ ਖਿਲਾਫ ਜਾਣਾ ਵਰਤੰਤੀ ਵਿਨਾਸ਼ਨੰ। ਇਹ ਜਿਹੜਾ ਇਹਦੇ 'ਚ ਵਰਤਾਰਾ ਹੈ ਪ੍ਰਵਿਰਤੀ ਮਾਰਗ ਦਾ, ਜਿਵੇਂ ਇਹਨਾਂ ਨੇ ਕਰ ਲਿਆ, ਅਸੀਂ ਕਰ ਲਿਆ। ਜਿਵੇਂ ਆਦਮੀ ਪੈਦਲ ਚੱਲ ਸਕਦਾ ਹੈ, ਇਹਨੂੰ ਸਪੀਡ ਵਧਾਉਣ ਵਾਸਤੇ ਕਿੰਨਾ ਕੁਛ ਅਸੀਂ ਬਣਾਇਆ। ਘੋੜੇ ਰੱਖੇ, ਸਵਾਰੀ ਰੱਥ ਰੱਖੇ, ਬਣਾਏ। ਫਿਰ ਹੁਣ ਦੇ ਯੁੱਗ 'ਚ ਆਏ ਸਾਈਕਲ ਬਣੇ, ਮੋਟਰਸਾਈਕਲ ਬਣੇ, ਕਾਰਾਂ ਬਣੀਆਂ, ਹਵਾਈ ਜਹਾਜ਼ ਬਣੇ। ਇਹ ਕੀ ਹੈ? ਸਪੀਡ ਵਧਾਈ ਹੈ ਇਹਨਾਂ ਦੀ। ਇਹ ਨੇਚਰ ਤੋਂ ਖਿਲਾਫ ਕੀਤਾ ਸਭ ਕੁਛ। ਵਰਤੰਤੀ ਵਿਨਾਸ਼ਨੰ, ਇਹਦੇ ਵਿੱਚ ਨਾਸ਼ ਹੈ। ਇਹ ਵਿਕਾਸ 'ਚ ਵਿਨਾਸ਼ ਆ ਗਿਆ ਨਾ। ਇਹ ਸਭ ਵਿਕਾਸ ਹੋਇਆ, ਇਹੀ ਤਾਂ ਵਿਕਾਸ ਹੋਇਆ ਹੈ। ਇਹ ਵਿਨਾਸ਼ ਨਾ ਗਿਆ, ਵਿਕਾਸ ਵਿੱਚ ਨਾਸ਼ ਆ ਪਿਆ। ਇੱਥੇ ਲਿਖਿਆ ਸਾਫ਼ ਹੈ, ਜਿਹੜੇ ਇਹ ਧਰਮ ਹੈ, ਪ੍ਰਕਿਰਤੀ ਤੋਂ ਉਲਟ ਕੋਈ ਵੀ ਕੰਮ ਕਰਨਾ ਜਿਹੜਾ ਹੈ ਨਾਸ ਹੈ, ਨਾਸਵੰਤ ਹੈ। ਆਦਮੀ ਦੀ ਜਿੰਨੀ ਸਪੀਡ ਤੇਜ਼ ਤੁਰਨ ਵਾਲੀ ਇਹੀ ਰੱਖਦਾ, ਸੁਸਤ ਰਹਿੰਦਾ ਹੈ। ਇਹਦਾ ਕੱਖ ਨਹੀਂ ਸੀ ਵਿਗੜਦਾ, ਉਹਦੇ ਨਾਲ ਲੋੜਾਂ ਵੱਧ ਗਈਆਂ ਇਹਦੀਆਂ। ਜਿੰਨਾ ਤੇਜ਼ ਹੋ ਗਿਆ, ਤੇਜ਼ ਹੋ ਗਿਆ, ਤੇਜ਼ ਹੋ ਗਿਆ, ਧਿਆਨ ਦੂਏ ਪਾਸੇ ਚਲਾ ਗਿਆ ਮਾਇਆ 'ਚ।
प्रवृत्ति मार्गं प्रवृत्ति मार्ग हो गया। वर्तन्ते प्रकृति तो उल्ट प्रवृत्ति मार्ग है। चलना चाहिए थी कुदरत के अनुसार, चलता है कुदरत के उल्ट। ये विनाशनंग है, विकास विच विनाश है। इस तरीके नाल विकास विच विनाश है। जिन्ना विकास किया स्पीड ना जाता, हवाई जहाज जाता, फटाफट इन्हां चों सारे मर जाते हैं। चल एक सेकंड लगता मरन नूं, सारिਆਂ ਨੂੰ विनाश हो गया। ज़्यादा भज नट के की कर लिया इन्होंने, परमेश्वर खोज लिया, लभ गया कुछ की लभ्या? लभ्या की है? प्राप्ति की है संसार नूं? संसार ने प्राप्त की कीता? प्राप्त की चिंता, प्राप्त किया डिप्रैशन, प्राप्त की दुश्मनी, प्राप्ति की झूठ बेअतवारी बेईमानी, यही प्राप्ति है। अशांति, नींद गायब, सुख गायब, शांति गायब, ये प्राप्ति है संसार की। अज किनू नींद आती है भी बिना कोई नशा खाधे? बड़े बड़े तो आती नहीं, मजदूर नूं आ जूगी अजों, ਜਿਹੜੇ ज़्यादा तरक्की वाले उन्होंने नहीं आती। अशांति की प्राप्ति की है असी। तरक्की अशांति च बहुत तरक्की कर ली। दुनिया अशांत है, जगह जगह अग ला ली संसार च, जगह जगह लड़ाइयां ने, जगह जगह आदमी नूं मारी जाता। ये तरक्की है, विकास है। गोविंद भजन साध संगेन, गोविंद भजन साध संगेन, असरिंग नानक भगवंत भजनासनं। ਜਿਹੜੇ ਸੰਤ ਨੇ, ਨਾਨਕ ਕਹਿੰਦਾ ਸੰਤਾਂ ਨੂੰ ਭਜਨ ਦਾ ਆਸਰਾ ਹੁੰਦਾ ਹੈ, ਭਜਨ ਆਸਨ। ਭਜਨ ਆਸनं ਗੋਬਿੰਦ ਭਜਨ ਸਾਧ ਸੰਗੇਨ, ਗੋਬਿੰਦ ਦਾ ਭਜਨ ਹੈ, ਸਾਧ ਦੀ ਸੰਗਤ। ਅਸਤਰਿੰਗ ਨਾਨਕ ਭਗਵੰਤ ਭਜਨਾਸनं, ਅਸਤਰਿੰਗ ਥਿਰ ਕਰ ਦਿੰਦਾ, ਉਹ ਅਡੋਲ ਹੋ ਕੇ ਬਹਿੰਦੇ ਨੇ, ਅਡੋਲ ਕਰਦਾ ਹੈ। ਅਡੋਲ ਹੋਇਆ ਕਾਹਦੇ ਆਸਰੇ ਅਡੋਲ ਹੁੰਦਾ ਹੈ? ਭਜਨ ਦੇ ਆਸਰੇ ਅਡੋਲ ਹੁੰਦਾ। ਭਗਵੰਤ ਭਜਨਾਸनं, ਭਗਵੰਤ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਭਜਨ ਦਾ ਹੁੰਦਾ ਜੁੜਨਾ। ਭਗਵੰਤ ਦਾ ਮਿਲਾਪ ਹੈ ਜਿਹੜਾ ਉਹਨਾਂ ਨੂੰ, ਭਗਵੰਤ ਦੇ ਨਾਲ ਮਿਲ ਕੇ ਹੀ ਅਡੋਲ ਰਹਿੰਦੇ ਨੇ। ਉਹ ਜਿੰਨਾ ਚਿਰ ਭਗਵੰਤ ਨਾਲ ਆਪਣੇ ਮੂਲ ਨਾਲ ਜੁੜੇ ਰਹਿੰਦੇ ਨੇ, ਉਹਨਾਂ ਚਿਰ ਅਡੋਲ ਰਹਿੰਦੇ ਨੇ। ਉਹਦੇ ਨਾਲ ਜੁੜੇ ਰਹਿਣਾ ਹੀ ਇੱਕ ਰਹਿੰਦੇ ਨੇ, ਅਡੋਲ ਰਹਿੰਦਾ ਮਨ। ਇਹੀ ਉਹਨਾਂ ਦੇ ਅਡੋਲ ਹੋਣ ਦਾ ਆਸਰਾ ਹੈ। ਆਸਨ ਭਗਵੰਤ ਆਪ ਭਜਨ ਆਸनं। ਭਜਨ ਦਾ ਆਸਣ ਵੀ ਇਹਨੂੰ ਕਹਿ ਸਕਦੇ ਹਾਂ ਅਸੀਂ, ਭਜਨ ਦੇ ਆਸਣ ਤੇ ਬੈਠੇ ਨੇ। ਭਜਨ ਦਾ ਆਸਣ ਕੀ ਹੈ? ਭਜਨ ਦਾ ਕੋਈ ਆਸਣ ਨਹੀਂ। ਜੇ ਭਜਨ ਆਸਣ ਕਹਿੰਦਾ ਸ਼ੰਕਾ ਪੈਦਾ ਹੋ ਜੂਗੀ ਵੀ ਕਿਤੇ ਇਸ ਤਰੀਕੇ ਉਹ ਆਸਣ ਤੇ ਬਹਿ ਕੇ ਭਜਨ ਕਰਦੇ ਨੇ। ਭਜਨ ਦਾ ਆਸਰਾ ਰੱਖਣਾ ਅਸੀਂ। ਉਹ ਜਿਹੜਾ ਜੁੜਿਆ ਆਪਣੇ ਮੂਲ ਨਾਲ, ਉਹਦੇ ਆਸਰੇ ਨਾਲ, ਉਹਦੀ ਮਦਦ ਨਾਲ ਹੀ ਅਡੋਲ ਰਹਿੰਦੇ ਨੇ। ਉਹਦੀ ਐਨਰਜੀ ਮਿਲਦੀ ਹੈ ਜੁੜਨ ਵਿੱਚੋਂ ਸਾਨੂੰ। ਜਿਹੜੀ ਆਪਣੇ ਮੂਲ ਨਾਲ ਜੁੜਨ ਤੋਂ ਵਿੱਚੋਂ ਜਿਹੜੀ ਐਨਰਜੀ ਮਿਲੀ ਹੈ ਸਾਨੂੰ, ਸ਼ਕਤੀ ਮਿਲੀ ਹੈ, ਉਹ ਸ਼ਕਤੀ ਨਾਲ ਮਨ ਅਡੋਲ ਰਹਿੰਦਾ ਹੈ। ਹੋਰ ਆਸਣ ਕੋਈ ਨਹੀਂ ਹੁੰਦਾ ਭਜਨ ਦਾ। ਭਜਨ ਦਾ ਆਸਣ ਕੀ ਹੈ? ਫਿਰ ਤਾਂ 84 ਆਸਣਾਂ ਵੱਲ ਨੂੰ ਚਲੀ ਜਾਊ ਗੱਲ ਸਿੱਧਾ ਦੇ। ਭਜਨ ਆਸਣ ਹਾਂ।